उस वेले एक ऐसा माहौल सी 15 ਦੇ ਵਿੱਚ ਬੇਅਦਬੀ ਹੋਈ। ਲੋਕ ਅਕਾਲ ਤਖਤ ਤੇ ਵੀ ਗਏ, ਸ਼੍ਰੋਮਣੀ ਕਮੇਟੀ ਕੋਲ ਵੀ ਤੁਰੇ ਫਿਰਦੇ ਰਹੇ, ਕਿਤੇ ਇਨਸਾਫ ਨਹੀਂ ਮਿਲਿਆ। ਅਕਾਲੀ ਦਲ ਦੋਸ਼ੀਆਂ ਨੂੰ ਬਚਾਉਂਦਾ ਰਿਹਾ, ਨਾ ਕੰਧਾਂ ਤੇ ਇਸ਼ਤਿਹਾਰ ਲਾਉਣ ਵਾਲਾ ਫੜਿਆ, ਨਾ ਸਰੂਪ ਚੋਰੀ ਕਰਨ ਵਾਲਾ ਫੜਿਆ, ਨਾ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਵਾਲਾ ਫੜਿਆ ਗਿਆ। ਉਹ ਕਹਿੰਦੇ ਆ ਜੀ ਜਿਹੜੇ ਬੇਅਦਬੀ ਕੀਤੀ ਉਹਦਾ ਵੀ ਕੱਖ ਨਾ ਰਹੇ, ਜਿਨ੍ਹਾਂ ਨੇ ਕਰਵਾਈ ਉਹਦਾ ਵੀ ਕੱਖ ਨਾ ਰਹੇ, ਪਰ ਉਹ ਇਹ ਗੱਲ ਛੱਡ ਜਾਂਦੇ ਵੀ ਜਿਨ੍ਹਾਂ ਨੇ ਕਰਨ ਵਾਲਿਆਂ ਨੂੰ ਬਚਾਇਆ ਉਹਨਾਂ ਦਾ ਵੀ ਕੱਖ ਨਾ ਰਹੇ। ਪੀਸੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਇੱਕ ਪਰਿਵਾਰ ਦੇ ਅੰਡਰ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ ਬ੍ਰੈਕਟ 'ਚ ਬੱਬੇ ਦੀ ਗੱਲ ਕਰੀਏ, ਜਿਹੜਾ ਸਿੱਧਾ ਆਪਾਂ ਕਹਿ ਸਕਦੇ ਹਾਂ ਵੀ ਪ੍ਰਬੰਧ ਜਿਹੜਾ ਹੈਗਾ ਉਹਨਾਂ ਦਾ ਉਹ SGPC ਦਾ ਸਾਰਾ ਪ੍ਰਬੰਧ ਉਹਨਾਂ ਦੇ ਹੱਥ ਦੇ ਵਿੱਚ ਕਿਹਾ ਜਾਂਦਾ। ਲੋਕ ਇਹ ਗੱਲ ਕਹਿੰਦੇ ਨੇ, ਇਹ ਮੰਨਣ ਦੇ ਵਿੱਚ ਆਉਂਦੀ ਹੈ ਗੱਲ ਵੀ ਸਾਰਾ ਜਿਹੜਾ ਪ੍ਰਬੰਧ ਉਹਨਾਂ ਦੇ ਹੱਥ ਦੇ ਵਿੱਚ ਨੇ, ਉਹ ਨਹੀਂ ਵੋਟਾਂ ਪੈਣ ਦੇ ਰਹੇ। ਜਦੋਂ ਬੇਅਦਬੀ ਹੋਈ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਉੱਠ ਖੜੇ ਹੋਣਾ ਚਾਹੀਦਾ ਸੀਗਾ, ਹੈ ਨਾ। ਸਾਰੀ ਕਿਉਂ ਨਹੀਂ ਸ਼੍ਰੋਮਣੀ ਕਮੇਟੀ, ਸਾਰੀ ਸ਼੍ਰੋਮਣੀ ਕਮੇਟੀ ਦਾ ਗੁਰੂ ਨਹੀਂ, ਉਹ ਕਿਉਂ ਨਹੀਂ ਉੱਥੇ ਧਰਨੇ ਤੇ ਆ ਕੇ ਬੈਠੇ? ਉਦੋਂ ਕਿਉਂ ਨਹੀਂ ਅਕਾਲ ਤਖਤ ਦਾ ਜਥੇਦਾਰ ਉੱਥੇ ਜਾ ਕੇ ਧਰਨੇ ਤੇ ਬਹਿ ਗਿਆ? ਜਿਹੜਾ ਨਵਾਂ ਜਥੇਦਾਰ ਆਇਆ, ਕੀ ਉਸ ਜਥੇਦਾਰ ਨੇ ਇਸ ਗੱਲ ਨੂੰ ਦੀ ਭਰਪਾਈ ਕਰਨ ਲਈ ਉਹ ਕੌਮ ਦੇ ਨਾਲ ਖੜਾ ਹੋਇਆ? ਕੀ ਉਹਨੇ ਸਾਰੀ ਕੌਮ ਨੂੰ ਗਲਵੱਕੜੀ 'ਚ ਲੈ ਕੇ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕੀਤੀ? ਉਹਨੇ ਵੀ ਨਹੀਂ ਕੀਤੀ। ਉਹ ਵੀ ਇੱਕੋ ਫੈਮਿਲੀ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ। ਅੱਜ ਤੱਕ ਜਿਹੜਾ ਉਹ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਉਹ ਬੇਅਦਬੀ ਹੈ ਉਸ ਮੁੱਦੇ ਦੇ ਉੱਤੇ ਉਸ ਵੇਲੇ ਦੀ ਸਰਕਾਰ ਨੂੰ ਕੋਈ ਸਵਾਲ ਨਹੀਂ ਪੁੱਛਿਆ ਗਿਆ। ਇਹਦਾ ਮਤਲਬ ਹੈ ਕਿ ਉਹ ਪੁੱਛਣ ਯੋਗ ਨਹੀਂ, ਕਿਉਂਕਿ ਉਹਨਾਂ ਦੇ ਲਾਏ ਹੋਏ ਨੇ ਉਹ। ਵੀਰ ਕਹਿੰਦਾ ਜੀ ਦੇਖੋ ਅਸੀਂ ਕਿਤੇ ਹੁਕਮ ਦਿੱਤੇ ਆ ਗੋਲੀ ਚਲਾਉਣ ਦੇ। ਮੈਂ ਉਹਨੂੰ ਤੁਹਾਡੇ ਜਰੀਏ ਪੁੱਛਣਾ ਚਾਹੁੰਦਾ, ਪੁਲਿਸ ਨੇ ਗੋਲੀ ਚਲਾਈ, ਤੁਸੀਂ ਕਹਿੰਦੇ ਹੋ ਤੁਸੀਂ ਹੁਕਮ ਨਹੀਂ ਦਿੱਤੇ, ਇਹਦਾ ਮਤਲਬ ਤੁਹਾਡੇ ਹੁਕਮਾਂ ਦੇ ਵਿੱਚ ਨਹੀਂ ਸੀ ਉਹਨਾਂ ਨੂੰ ਗੋਲੀ ਚਲਾਉਣ ਦਾ ਆਰਡਰ ਕੋਈ, ਉਹਨਾਂ ਨੇ ਆਪਣੇ ਆਪ ਹੀ ਗੋਲੀ ਚਲਾ ਦਿੱਤੀ। ਬਿਨਾਂ ਆਰਡਰ ਪਾਇਆ ਤੋਂ ਗਏ ਬੰਦੇ, 2 ਮਰ ਗਏ। ਜੇ ਤੁਹਾਡੇ ਹੁਕਮਾਂ ਤੋਂ ਬਿਨਾਂ ਗੋਲੀ ਚਲਾਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਦੇ 2 ਸਿੰਘ ਸ਼ਹੀਦ ਹੋ ਗਏ, ਸੈਂਕੜੇ ਜ਼ਖਮੀ ਹੋ ਗਏ। ਤੁਸੀਂ ਦੱਸੋ ਉਹ ਜਿਹੜੇ ਦੋਸ਼ੀ ਪੁਲਿਸ ਵਾਲੇ ਸੀ ਉਹਨਾਂ ਦੇ ਖਿਲਾਫ ਤੁਸੀਂ ਕਿਹੜੀ ਕਾਰਵਾਈ ਕੀਤੀ? 2 ਸਾਲ ਤੁਹਾਡੀ ਸਰਕਾਰ ਰਹੀ, ਜੇ ਤੁਸੀਂ ਨਹੀਂ ਕੀਤੀ ਇਹਦਾ ਮਤਲਬ ਤੁਸੀਂ ਸੌਦੇ ਨਾਲ ਵੀ ਰਲਿਓ ਸੀ, ਪੁਲਿਸ ਵੀ ਤੁਹਾਡੇ ਕਹੇ ਤੇ ਗੋਲੀਆਂ ਮਾਰ ਰਹੀ ਸੀ। ਅਮਰਿੰਦਰ ਨੇ ਗੁਟਕੇ ਦੀ ਸਹੁੰ ਚੱਕ ਕੇ ਧਾਰਮਿਕ ਜਜ਼ਬਾਤ ਨਾਲ ਖੇਡ ਕੇ ਵੋਟਾਂ ਇਕੱਠੀਆਂ ਕੀਤੀਆਂ। ਹੁਣ ਵੋਟਾਂ ਦੇ ਨੇੜੇ ਆ ਕੇ ਸਤਿਗੁਰੂ ਸਾਹਿਬ ਦੇ ਸਰੂਪਾਂ ਨੂੰ ਦਰਸ਼ਨਾਂ ਲਈ ਰੱਖ ਕੇ ਇੱਕ ਰਾਜਨੀਤੀ ਕੀਤੀ ਜਾ ਰਹੀ ਹੈ। ਤੇ ਜੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਡਰ ਆ ਨਾ, ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਹੈ, ਦਰਅਸਲ ਤੇ ਬਰਗਾੜੀ ਵਾਲੇ ਸਰੂਪ ਦੇ ਅੰਗ ਵੀ ਲਿਆ ਕੇ ਉਹਦੇ ਨਾਲ ਹੀ ਰੱਖ ਦੇਣੇ ਚਾਹੀਦੇ। ਮਾੜੀ ਮਾੜੀ ਗੱਲ ਹੁੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਹੜ੍ਹ ਆ ਜਾਣ ਤਾਂ ਉੱਥੇ ਕਮੇਟੀ ਬਣਾ ਕੇ ਭੇਜ ਦਿੰਦੀ ਹੈ ਜਾਇਜ਼ਾ ਲੈਣ ਲਈ। ਮਾੜੀ ਜਿਹੀ ਗੱਲ ਹੋਵੇ ਅਕਾਲ ਤਖਤ ਕਮੇਟੀਆਂ ਬਣਾ ਕੇ ਭੇਜ ਦਿੰਦਾ। ਸਾਡਾ ਤਾਂ ਸਵਾਲ ਇਹ ਹੈ ਵੀ ਬਰਗਾੜੀ ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਚੋਂ ਚੋਰੀ ਕੀਤਾ ਸਰੂਪ, ਕੰਧਾਂ ਤੇ ਇਸ਼ਤਿਹਾਰ ਲਾਏ, ਥਾਂ ਥਾਂ ਤੇ ਬੇਅਦਬੀ ਹੋਈ, ਕਿਉਂ ਉੱਥੇ ਅਕਾਲ ਤਖਤ ਦਾ ਜਥੇਦਾਰ ਨਹੀਂ ਗਿਆ? 8 ਤਰੀਕ ਨੂੰ ਮੇਰੀ ਸੁਖਬੀਰ ਨਾਲ ਮੀਟਿੰਗ ਹੋਈ ਹੈ, ਉਹਨੂੰ ਮੈਂ ਸਾਰੇ ਹਾਲਾਤ ਦੱਸ ਕੇ ਆਇਆ ਸੀ ਔਰ ਮੈਂ ਕਹਿ ਕੇ ਆਇਆ ਸੀ ਵੀ ਜੇ ਲੋਕਾਂ ਨੇ 84 ਦੇ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਤਾਂ ਬਖਸ਼ਣਾ ਬਰਗਾੜੀ ਵਾਲਿਆਂ ਨੂੰ ਵੀ ਹੈ ਨਹੀਂ। ਗੁਰੂ ਸਾਹਿਬ ਨੇ ਵੀ ਸਾਨੂੰ ਕਿਹਾ ਹੈ ਕਿ ਇਕੱਠੇ ਹੋ ਕੇ ਬੈਠਾਂਗੇ ਤਾਂ ਕੁਝ ਚੰਗਾ ਨਿਕਲ ਸਕਦਾ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਲੱਖ ਦੁਵਿਧਾ ਹੋਣ, ਜਦੋਂ ਇਕੱਤਰਤਾ ਹੋਏਗੀ ਤਾਂ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਨੇ। ਪੰਥਕ ਅਸੈਂਬਲੀ ਜਿਹੜੀ ਉਹ ਬੁਲਾਈ ਗਈ ਹੈ ਲੁਧਿਆਣੇ ਦੇ ਵਿੱਚ, ਤੇ ਅਹਿਮ ਮੁੱਦੇ ਨੇ ਜਿਹੜੇ ਉਹ ਸਾਹਮਣੇ ਰੱਖੇ ਗਏ ਨੇ, ਕਿਉਂਕਿ ਇਸ ਟਾਈਮ ਜਿਹੜਾ ਮੇਨ ਮਨੋਰਥ ਹੈ, ਹਰ ਇੱਕ ਦੀ ਨਜ਼ਰ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਸਿਧਾਂਤ ਬਚਾਉਣ ਦੇ ਉੱਪਰ ਖੜੀ ਹੈ। ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਲਗਾਤਾਰ ਬੇਅਦਬੀ ਅੱਜ ਵੀ ਹੋ ਰਹੀ ਹੈ, ਤੇ ਇਸੇ ਸਾਰੇ ਮੁੱਦਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੁਖਦੇਵ ਸਿੰਘ ਜੀ ਭੌਰ ਤੇ ਨਾਲ ਜਸਵਿੰਦਰ ਸਿੰਘ ਜੀ ਐਡਵੋਕੇਟ। ਗੱਲਬਾਤ ਕਰਦੇ ਹਾਂ। ਵੀਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੀਜੀ ਜਿਹੜੀ ਹੈਗੀ ਆ, ਤੀਜੀ ਵਾਰ ਪੰਥਕ ਅਸੈਂਬਲੀ ਬੁਲਾਈ ਗਈ ਹੈ, ਤੇ ਕਈ ਵਾਰ ਸਵਾਲ ਪੈਦਾ ਇਹ ਹੁੰਦਾ ਵੀ ਇਹ ਅਸੈਂਬਲੀਆਂ ਬੁਲਾਉਣ ਦਾ ਫਾਇਦਾ ਕੀ ਹੈ? ਇਹ ਤਾਂ ਹੁਣ ਤੁਸੀਂ ਦੱਸ ਸਕਦੇ ਹੋ ਨਾ ਵੀ ਇਹਦਾ ਫਾਇਦਾ ਕੀ ਹੈ। ਦੇਖੋ, ਅਸੀਂ ਬਹੁਤ ਜਿਹੜਾ ਨਾ ਖਿੰਡਾ ਹੈ ਸਾਡੇ 'ਚ, ਸਿਆਸੀ ਪੱਖੋਂ, ਧਰਮ ਨੂੰ ਈਵਨ ਮੰਨਣ ਪੱਖੋਂ ਅਸੀਂ ਵੱਖ-ਵੱਖ ਧੜਿਆਂ 'ਚ ਹਰ ਤਰ੍ਹਾਂ ਨਾਲ ਵੰਡੇ ਪਏ ਹਾਂ।
ਤੇ ਜਦੋਂ ਅਸੀਂ ਵਿਚਾਰਧਾਰਾ ਪੱਖੋਂ ਦੂਰ ਦੂਰ ਹਾਂ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੀਦੇ ਦੇ ਉੱਤੇ ਜਾਂ ਹੋਰ ਮੁੱਦਿਆਂ ਦੇ ਉੱਤੇ ਪਰ ਚਿੰਤਤ ਅਸੀਂ ਸਾਰੇ ਹਾਂ। ਤੇ ਇੱਕ ਦੂਜੇ ਦੀ ਚਿੰਤਾ ਨੂੰ ਅਸੀਂ ਰੈਕਗਨਾਈਜ਼ ਕਰਦੇ ਹੋਏ ਕਿ ਵੀ ਦਰਦ ਇਹਨਾਂ ਦੇ ਮਨ 'ਚ ਵੀ ਹੈ, ਰਾਹ ਵੱਖਰਾ ਹੋ ਸਕਦਾ ਇੰਪਲੀਮੈਂਟੇਸ਼ਨ ਦਾ, ਤੇ ਕਿਉਂ ਨਾ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕੋਈ ਸਾਂਝਾ ਇਦਾਂ ਦਾ ਬਣਾਇਆ ਜਾਵੇ ਜਿੱਥੇ ਸਾਰੇ ਜਣੇ ਆਪਣੀ ਗੱਲ ਕਹਿਣ ਤੇ ਉਹਦੇ 'ਚੋਂ ਕੋਈ ਸਾਂਝੀ ਗੱਲ ਕੱਢੀ ਜਾ ਸਕੇ। ਤੇ ਪੰਥਕ ਅਸੈਂਬਲੀ ਉਸ ਸਾਰੇ ਦੁੱਖ 'ਚੋਂ, ਉਸ ਸਾਰੇ ਇੱਕ ਦੂਜੇ ਦੀ ਚਿੰਤਾ 'ਚੋਂ, ਉਸ ਸਾਰੇ ਜਿਹਨੂੰ ਕਹੋ ਕਿ ਸਾਰਿਆਂ ਦੇ ਮਨ ਦੇ ਦਰਦ ਨੂੰ ਸਮਝਦੇ ਹੋਏ ਤੇ ਸਾਂਝਾ ਇੱਕ ਪਲੇਟਫਾਰਮ ਤਿਆਰ ਕੀਤਾ ਗਿਆ, ਜਿਹਦੇ 'ਚ ਅਸੀਂ ਵਿਦਵਾਨਾਂ ਨੂੰ, ਜਥੇਬੰਦੀਆਂ ਦੇ ਮੁਖੀਆਂ ਨੂੰ, ਵੱਖ-ਵੱਖ ਦੇਸ਼ਾਂ ਦੇ ਰਿਪਰੈਜ਼ੈਂਟੇਟਿਵਸ ਨੂੰ ਕਿ ਇਕੱਠਾ ਕਰਦੇ ਹਾਂ ਕਿ ਤੁਸੀਂ ਆ ਕੇ ਆਪਣੀ ਗੱਲ ਪਾਰਟਿਕੂਲਰ ਮੁੱਦੇ ਤੇ ਸੁਝਾਅ ਦਿਓ, ਤਾਂ ਕਿ ਉਹਦੇ ਤੋਂ ਫਿਰ ਅਸੀਂ ਜਿਹੜਾ ਅੱਗੇ ਕੰਮ ਜਿਹੜਾ ਚਲਾ ਸਕੀਏ। ਔਰ ਸਰ ਜ਼ਮੀਨੀ ਪੱਧਰ ਦੇ ਉੱਪਰ ਕੰਮ ਹੋਏਗਾ। ਅਸੀਂ ਦੇਖਿਆ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਜਥੇਬੰਦੀਆਂ ਨੇ ਉਹ ਨਵੀਆਂ ਵੀ ਬਣਦੀਆਂ ਜਾ ਰਹੀਆਂ ਨੇ ਲਗਾਤਾਰ, ਪਰ ਜਦ ਜ਼ਮੀਨੀ ਪੱਧਰ ਦੇ ਕੰਮ ਦੀ ਗੱਲ ਕਰਦੇ ਹਾਂ ਤਾਂ ਕੁਝ ਪਰਸੈਂਟ ਹੀ ਨਜ਼ਰੀ ਪੈਂਦਾ। ਦੇਖੋ, ਮੈਂ ਇਹ ਸਮਝਦਾ ਕਿ ਪੰਥਕ ਅਸੈਂਬਲੀ ਜਿਸ ਮਨੋਰਥ ਨੂੰ ਲੈ ਕੇ ਸਿਰਜੀ ਗਈ ਸੀ, ਜਿਹੜਾ ਸੰਕਲਪ ਲਿਆ ਸੀ, ਉਹਨੇ ਆਪਣਾ ਪੂਰਾ ਰੋਲ ਅਦਾ ਕੀਤਾ। ਜਦੋਂ ਪਹਿਲੀ ਅਸੈਂਬਲੀ ਅਸੀਂ 18 ਦੇ ਵਿੱਚ ਬੁਲਾਈ ਹੈ ਨਾ ਅੰਮ੍ਰਿਤਸਰ ਸਾਹਿਬ, ਉਸ ਵੇਲੇ ਇੱਕ ਐਸਾ ਮਾਹੌਲ ਸੀ, 15 ਦੇ ਵਿੱਚ ਬੇਅਦਬੀ ਹੋਈ। ਬੇਅਦਬੀ ਤੋਂ ਬਾਅਦ ਲੋਕ ਅਕਾਲ ਤਖਤ ਤੇ ਵੀ ਗਏ, ਸ਼੍ਰੋਮਣੀ ਕਮੇਟੀ ਕੋਲ ਵੀ ਤੁਰੇ ਫਿਰਦੇ ਰਹੇ, ਕਿਤੇ ਇਨਸਾਫ ਨਹੀਂ ਮਿਲਿਆ। ਅਕਾਲੀ ਦਲ ਪਰਦਾਪੋਸ਼ੀ ਕਰਦਾ ਰਿਹਾ, ਅਕਾਲੀ ਦਲ ਦੋਸ਼ੀਆਂ ਨੂੰ ਬਚਾਉਂਦਾ ਰਿਹਾ, ਨਾ ਕੰਧਾਂ ਤੇ ਇਸ਼ਤਿਹਾਰ ਲਾਉਣ ਵਾਲਾ ਫੜਿਆ, ਨਾ ਸਰੂਪ ਚੋਰੀ ਕਰਨ ਵਾਲਾ ਫੜਿਆ, ਨਾ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਵਾਲਾ ਫੜਿਆ ਗਿਆ। ਤੇ ਬੜੇ ਐਸੇ ਹਾਲਾਤ ਵਿੱਚ ਸੀ, ਲੋਕ ਸਾਰੇ ਖਾਲਸਾ ਪੰਥ ਤਰਾ ਕਰ ਰਿਹਾ ਸੀ ਵੀ ਜਾਈਏ ਤੇ ਜਾਈਏ ਕਿੱਥੇ ਨੂੰ। ਦਰਦ ਸਾਰੇ ਲੈ ਕੇ ਬੈਠੇ ਸੀ, ਪਰ ਮਿਲ ਬੈਠ ਕੇ ਕੋਈ ਵਿਚਾਰ ਕਰਨ ਨੂੰ ਤਿਆਰ ਨਹੀਂ ਸੀ। ਅਸੀਂ ਉਸ ਇਸ਼ੂ ਦੇ ਉੱਤੇ ਉਸ ਵੇਲੇ ਜਿਹੜੀ ਪੰਥਕ ਅਸੈਂਬਲੀ ਕਾਲ ਕੀਤੀ, ਉਹਦੇ 'ਚ ਤੱਤੇ ਵਿਚਾਰਾਂ ਵਾਲੇ ਵੀ, ਠੰਡੇ ਵਿਚਾਰਾਂ ਵਾਲੇ ਵੀ, ਮਿਸ਼ਨਰੀ ਸਿੰਘ ਵੀ, ਟਕਸਾਲੀ ਸਿੰਘ ਵੀ, ਸਾਰੇ ਪੰਥ ਨੂੰ ਇਕੱਠਾ ਬਿਠਾ ਲਿਆ। ਇਕੱਠੇ ਬਿਠਾਲਣ ਤੋਂ ਬਾਅਦ ਜੋ ਬੇਅਦਬੀ ਦਾ ਸੱਚ ਸੀ, ਉਹਨੂੰ ਅਸੀਂ ਇੱਕ ਕਿਤਾਬਚਾ ਬਣਾਇਆ, ਕੱਚਾ ਚਿੱਠਾ ਉਹਦਾ ਨਾਂ ਰੱਖਿਆ। ਹਜ਼ਾਰਾਂ ਦੀ ਗਿਣਤੀ 'ਚ ਦੇਸ਼ਾਂ ਵਿਦੇਸ਼ਾਂ 'ਚੋਂ ਵੰਡਿਆ ਗਿਆ, ਤਾਂ ਕਿ ਜੋ ਬੇਅਦਬੀ ਦਾ ਸੱਚ ਸੀ ਉਹ ਸੰਗਤ ਤੱਕ ਪਹੁੰਚ ਸਕੇ। ਅੱਛਾ, ਉਹਦੀ ਕੰਟੀਨਿਊਟੀ ਦੇ ਵਿੱਚ ਫਿਰ ਅਸੀਂ ਦੂਜੀ ਕੀਤੀ ਅਸੈਂਬਲੀ, ਉਹ ਨੈਕਸਟ ਈਅਰ ਲੁਧਿਆਣੇ ਕੀਤੀ। ਉਹਦੇ ਵਿੱਚ ਵੀ ਅਸੀਂ ਕਿੰਨਾ ਕੰਮ ਕਰ ਸਕੇ, ਕਿੰਨਾ ਨਹੀਂ ਕਰ ਸਕੇ, ਅੱਗੇ ਨੂੰ ਕੀ ਕਰਨਾ, ਉਹਦਾ ਸਾਰਾ ਐਲਾਨਨਾਮਾ ਬਣਾ ਕੇ ਸਥਾਪਿਤ ਕੀਤਾ ਗਿਆ। ਹੁਣ ਕਈ ਸੱਜਣ ਸਾਨੂੰ ਸਵਾਲ ਕਰਦੇ ਆ, ਕਈਆਂ ਨੂੰ ਸਿਰਫ ਇਹੀ ਨਜ਼ਰ ਆਉਂਦਾ ਪੰਥਕ ਅਸੈਂਬਲੀ 'ਚੋਂ ਕੋਈ ਪਾਰਟੀ ਕਿਉਂ ਨਹੀਂ ਕੱਢੀ। ਉਹ ਸਰਦਾਰ ਜਸਵਿੰਦਰ ਸਿੰਘ ਹੋਰੀ ਪਹਿਲਾਂ ਹੀ ਕਲੀਅਰ ਕਰ ਚੁੱਕੇ ਆ, ਸਾਡੀ ਕੋਈ ਮਨਸ਼ਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਦੇ ਉੱਤੇ ਅਸੀਂ ਕੋਈ ਰਾਜਨੀਤਿਕ ਰੋਟੀਆਂ ਸੇਕਦੇ। ਅਸੀਂ ਉਸ ਪਾਸੇ ਬਿਲਕੁਲ ਨਹੀਂ ਤੁਰੇ। 18 ਤੋਂ ਲੈ ਕੇ 21 ਆ ਗਿਆ, ਤੇ ਅੱਜ ਰਾਜਨੀਤਿਕ ਲੋਕਾਂ ਨੇ ਬਾਰ-ਬਾਰ ਕੌਮ ਨੂੰ ਧੋਖਾ ਦਿੱਤਾ। ਕਿਸੇ ਨੇ ਗੁਟਕੇ ਦੀ ਚੱਕ ਕੇ ਸਹੁੰ ਧੋਖਾ ਦਿੱਤਾ, ਕਿਸੇ ਨੇ ਸਰਕਾਰ ਵਿੱਚ ਹੁੰਦਿਆਂ ਹੀ ਇੰਨਾ ਜ਼ਿਆਦਾ ਧੋਖਾ। ਹੁਣ ਉਦੋਂ ਰੌਲਾ ਪਾਉਂਦੇ ਆ ਕਈ ਜਗ੍ਹਾ ਜਾ ਕੇ, ਤੇ ਉਹ ਕਹਿੰਦੇ ਆ ਜੀ ਜਿਹੜੇ ਬੇਅਦਬੀ ਕੀਤੀ ਉਹਦਾ ਵੀ ਕੱਖ ਨਾ ਰਹੇ, ਜਿਨ੍ਹਾਂ ਨੇ ਕਰਵਾਈ ਉਹਦਾ ਵੀ ਕੱਖ ਨਾ ਰਹੇ। ਪਰ ਉਹ ਇਹ ਗੱਲ ਛੱਡ ਜਾਂਦੇ ਵੀ ਜਿਨ੍ਹਾਂ ਨੇ ਕਰਨ ਵਾਲਿਆਂ ਨੂੰ ਬਚਾਇਆ ਉਹਨਾਂ ਦਾ ਵੀ ਕੱਖ ਨਾ ਰਹੇ। ਤੇ ਕੱਖ ਪਹਿਲਾਂ ਹੀ ਨਹੀਂ ਰਿਹਾ ਉਹਨਾਂ ਦਾ। ਜਿਹੜੇ ਪੰਜਾਬ ਦੇ ਵਿੱਚ 5-5 ਵਾਰੀ ਮੁੱਖ ਮੰਤਰੀ ਬਣੇ, ਉਹ 10 ਸੀਟਾਂ 'ਤੇ ਸੀਮਤ ਹੋ ਗਏ, ਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਛੱਡ ਕੇ ਭੱਜ ਰਹੇ ਆ। ਇਹ ਐਸਾ ਖਲਾਅ ਆ। ਅੱਜ ਅਸੀਂ ਜਿਹੜੀ ਅਸੈਂਬਲੀ ਕੀਤੀ ਆ, ਉਹਦੇ ਵਿੱਚ ਐਸੇ ਮੁੱਦੇ ਉੱਭਰ ਕੇ ਸਾਹਮਣੇ ਆਏ ਆ। ਸਾਰਿਆਂ ਦੀ ਰਾਏ ਬਣੀ ਆ ਵੀ ਰਾਜਨੀਤਿਕ ਸੰਭਾਵਨਾਵਾਂ ਵੀ ਤਲਾਸ਼ਣੀਆਂ ਚਾਹੀਦੀਆਂ, ਨਵੇਂ ਨੌਜਵਾਨਾਂ ਨੂੰ ਸਪੇਸ ਦੇਣੀ ਚਾਹੀਦੀ ਹੈ, ਨੌਜਵਾਨੀ 'ਤੇ ਭਰੋਸਾ ਕਰਨਾ ਚਾਹੀਦਾ। ਆਉਣ ਵਾਲਾ ਭਵਿੱਖ ਉਹ ਚੰਗੀ ਤਰ੍ਹਾਂ ਸਾਂਭ ਸਕਦੇ ਆ, ਉਹਦੇ ਲਈ ਅਸੀਂ ਯਤਨ ਕਰਾਂਗੇ। ਜੀ ਐਡਵੋਕੇਟ ਸਾਹਿਬ, ਜੇ ਆਪਾਂ ਕਾਨੂੰਨ ਦੇ ਦਾਇਰੇ ਦੀ ਗੱਲ ਕਰੀਏ, SGPC ਦੀਆਂ ਚੋਣਾਂ ਨੇ ਜਿਹੜੀਆਂ ਉਹ ਹੋ ਨਹੀਂ ਰਹੀਆਂ ਲੰਮੇ ਸਮੇਂ ਦੇ ਉੱਪਰ, ਕਾਨੂੰਨ ਕੀ ਕਹਿੰਦਾ ਇਹਨਾਂ ਚੀਜ਼ਾਂ ਨੂੰ? ਦੇਖੋ, ਬਦਕਿਸਮਤੀ ਹੈ ਕਿ ਸਾਡਾ ਪਰਮਾਨੈਂਟ ਕਮਿਸ਼ਨ ਨਹੀਂ ਹੈ, ਤੇ ਐਕਟ 'ਚ ਕਿਤੇ ਪ੍ਰੋਵੀਜ਼ਨ ਨਹੀਂ ਹੈ ਕਿ ਜੇ 5 ਸਾਲ ਬਾਅਦ ਚੋਣਾਂ ਨਹੀਂ ਹੋਣਗੀਆਂ ਤੇ ਜਿਹੜੇ ਪਿਛਲੇ ਮੈਂਬਰ ਨੇ ਉਹ ਖਤਮ ਹੋ ਜਾਣਗੇ। ਜੇ ਇਦਾਂ ਦੀ ਪ੍ਰੋਵੀਜ਼ਨ ਪੈ ਜੇ ਤੇ ਫਿਰ ਆਪਣੇ ਆਪ ਇਹੀ ਕਹਿਣਗੇ ਕਿ ਫਟਾਫਟ ਇਲੈਕਸ਼ਨ ਕਰਾ ਲਓ। ਹੁਣ ਜਦੋਂ ਅਸੀਂ ਅੱਜ ਇੱਕ ਇੱਥੇ ਇਹਦੇ 'ਤੇ ਡਿਸਕਸ਼ਨ ਹੁੰਦੀ ਹੈ ਤੇ ਸਬ ਕਮੇਟੀ ਫਾਰਮ ਕਰਦੇ ਹਾਂ, ਅਸੀਂ ਇਹ ਸੋਚਦੇ ਹਾਂ ਕਿ ਕੀ ਸਾਡੀ ਕੌਮ ਦਾ ਸਿਸਟਮ ਜਿਹੜਾ ਹੈ ਉਹ ਇਦਾਂ ਵੋਟਾਂ ਵਾਲੀਆਂ ਚੋਣਾਂ ਦਾ ਸੀ, ਪਰ ਇਹ ਸਾਡੇ ਗੱਲ ਪਿਆ ਤੇ ਸਾਨੂੰ ਇਹ ਨਿਭਾਉਣਾ ਪੈਣਾ। ਇਹਦੇ 'ਚੋਂ ਨਿਕਲਣ ਦੇ ਲਈ ਇਮੀਡੀਏਟ ਰਸਤਾ ਨਹੀਂ ਨਿਕਲਦਾ। ਪਰ ਇਹਦੇ ਨਾਲ ਇੱਕ ਬੜੀ ਵੱਡੀ ਜਿਹੜੀ ਹੈ ਕਮੀ ਰਹਿ ਜਾਂਦੀ ਹੈ, ਉਹ ਇਹ ਰਹਿ ਜਾਂਦੀ ਹੈ ਕਿ ਜਿਹੜਾ ਇੰਟੈਲੀਜੈਂਸੀ ਹੈ ਜਾਂ ਜਿਹੜਾ ਡਾਇਸਪੋਰਾ ਹੈ, ਜਿਹੜਾ ਪੰਜਾਬ ਤੋਂ ਹਰਿਆਣੇ ਤੋਂ ਬਾਹਰ ਬੈਠਾ ਸਿੱਖ ਹੈ, ਉਹ ਤੁਹਾਡੀ ਇਹਦੇ 'ਚ ਸ਼ਾਮਲ ਨਹੀਂ ਹੋ ਪਾਉਂਦਾ। ਕਿਉਂ ਨਾ ਹੋਵੇ ਜੀ ਉਹ ਸ਼ਾਮਲ? ਉਹ ਵੀ ਤਾਂ ਸਿੱਖ ਹੈ, ਉਹਦਾ ਵੀ ਤਾਂ ਰਾਈਟ ਹੈ ਕਿ ਗੁਰਦੁਆਰਿਆਂ ਦੀ ਮੈਨੇਜਮੈਂਟ 'ਚ ਆਪਣੀ ਇਨਪੁਟ ਪਾਵੇ। ਹੁਣ ਅਸੀਂ ਇਹਨੂੰ ਇੱਦਾਂ ਦਾ ਸੋਚਦੇ ਹਾਂ ਕਿ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਹੋਣੀ ਚਾਹੀਦੀ ਹੈ, ਕਿ
ਮੰਨ ਲਓ 4 ਧੜੇ ਨੇ, ਉਹਨਾਂ ਨੇ ਆਪਣੇ 100 ਬੰਦਿਆਂ ਦੀ ਲਿਸਟ ਜਾਰੀ ਕਰਤੀ, ਵੋਟਾਂ ਚੋਣਾਂ ਤੇ ਪੈ ਜਾਣ, ਨਿਸ਼ਾਨ ਤੇ ਪੈ ਜਾਣ, ਲੇਕਿਨ ਉਹ ਬੰਦਿਆਂ ਹਲਕੇ ਵਾਈਜ਼ ਵੋਟਾਂ ਨਹੀਂ ਪੈਣੀਆਂ। ਮੈਂ ਇਦਾਂ ਦਾ ਸੋਚਦਾ, ਤੇ ਉਹਦੇ ਨਾਲ ਕੀ ਹੋਏਗਾ ਕਿ ਇੰਟੈਲੀਜੈਂਸੀਆ ਨੂੰ ਵੀ ਮੌਕਾ ਮਿਲਦਾ ਹੈ। ਜਿਹੜਾ ਵਿਦਵਾਨ ਸੜਕ ਤੇ ਉਤਰ ਕੇ ਇਲੈਕਸ਼ਨ ਨਹੀਂ ਲੜ ਸਕਦਾ, ਲੇਕਿਨ ਉਹ ਕੌਮ ਲਈ ਇੱਕ ਬਿਹਤਰ ਐਸੈਟ ਸਾਬਤ ਹੋ ਸਕਦਾ, ਉਹਨੂੰ ਵੀ ਉੱਥੇ ਮੈਨੇਜਮੈਂਟ 'ਚ ਬੈਠਣ ਦਾ ਮੌਕਾ ਮਿਲ ਜਾਏਗਾ, ਹੈ ਨਾ। ਇਹਦੇ ਨਾਲ ਜਿਹੜੀ ਹੈ ਇੱਕ ਵਾਈਡਰ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਨਵੋਲਵ ਕਰ ਸਕਾਂਗੇ, ਅਕਾਲ ਤਖਤ ਦੇ ਪ੍ਰਬੰਧ ਲਈ ਵੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਲਈ ਵੀ। ਇੱਕ ਅਸੀਂ ਇਦਾਂ ਸੋਚਦੇ ਹਾਂ ਕਿ ਇਹਨਾਂ ਚੀਜ਼ਾਂ ਦੀ ਅੱਜ 100 ਸਾਲ ਹੋ ਗਏ ਸਾਨੂੰ ਤਕਰੀਬਨ ਇਸ ਐਕਟ ਨੂੰ ਬਣਿਆ। ਇਸ 'ਚ ਜਿਹੜੀਆਂ ਅਮੈਂਡਮੈਂਟਸ ਹੁੰਦੀਆਂ ਨੇ ਉਹ ਸਿਰਫ 1-2 ਅਮੈਂਡਮੈਂਟਸ ਨੇ ਜੀ, ਕਿ ਇਹਦੇ 'ਚ ਜਿਹੜੇ ਹੈ ਬੈਕਵਰਡ ਸ਼ਡਿਊਲ ਕਾਸਟ ਜਿਹੜੇ ਨੇ ਉਹ ਮੈਂਬਰ ਹੋਣਗੇ, ਜਾਂ ਵੂਮਨਸ ਨੂੰ ਰਿਪਰੈਜ਼ੈਂਟੇਸ਼ਨ, ਉਹ ਵੀ ਸਾਡੇ ਸਿਧਾਂਤਕ ਜਿਹੜੀ ਉਹਦੇ 'ਚੋਂ ਉਲਟ ਹੈ। ਸਾਨੂੰ ਆਪਣੇ ਆਪ ਨੂੰ ਚਾਹੀਦਾ ਕਿ ਅਸੀਂ ਆਪਣੇ ਪਹਿਲੇ ਤਾਂ ਜਿਹੜਾ ਸਿੱਖ ਹੈ ਉਹ ਸਿੱਖ ਹੈ, ਉਹ ਨਾ ਉਹਨੂੰ ਤੁਸੀਂ ਕੈਟੇਗਰਾਈਜ਼ ਨਹੀਂ ਕਰ ਸਕਦੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਰੱਖ ਕੇ ਤੇ ਆਪਣੀ ਪ੍ਰਪੋਜ਼ਲਸ ਬਣਾ ਕੇ ਤੇ ਅਸੀਂ ਸਰਕਾਰ ਕੋਲ ਜਾਵਾਂਗੇ ਕਿ ਇਹ ਸਾਡੇ, ਕਿਉਂਕਿ ਸਾਡੀਆਂ ਚੋਣਾਂ ਨੇ, ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਲਈ, ਤੇ ਉਹਦੇ 'ਚ ਸਿਧਾਂਤ ਵੀ ਸਾਡਾ ਹੀ ਲੱਗਣਾ ਚਾਹੀਦਾ। ਉਹ ਅਸੀਂ ਜਿਹੜਾ ਲੈ ਕੇ ਉਹਦੇ 'ਤੇ ਕਮੇਟੀ ਬਣੀ ਹੈ, ਅਸੀਂ ਜਲਦ ਉਹਦੇ 'ਤੇ ਆਪਣਾ ਕੰਮ ਕਰਕੇ ਲੈ ਕੇ ਜਾਵਾਂਗੇ। ਬਹੁਤ ਸਾਰੇ ਲੋਕਾਂ ਤੋਂ ਇਹ ਸੁਣਨ ਦੇ ਵਿੱਚ ਆਇਆ ਵੀ SGPC ਦੀਆਂ ਜਿਹੜੀਆਂ ਚੋਣਾਂ ਨੇ ਉਹ ਇੱਕ ਪਰਿਵਾਰ ਦੇ ਅੰਡਰ ਨੇ, ਉਹ ਪਰਿਵਾਰ ਨਹੀਂ ਹੋਣ ਦੇ ਰਿਹਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ, ਬ੍ਰੈਕਟ 'ਚ ਬੱਬੇ ਦੀ ਗੱਲ ਕਰੀਏ, ਬਾਦਲ ਦੀ ਗੱਲ ਕਰੀਏ, ਤਾਂ ਉਹ ਜਿਹੜਾ ਸਿੱਧਾ ਆਪਾਂ ਕਹਿ ਸਕਦੇ ਹਾਂ ਵੀ ਪ੍ਰਬੰਧ ਜਿਹੜਾ ਹੈਗਾ ਉਹਨਾਂ ਦਾ, ਉਹ SGPC ਦਾ ਸਾਰਾ ਪ੍ਰਬੰਧ ਉਹਨਾਂ ਦੇ ਹੱਥ ਦੇ ਵਿੱਚ ਕਿਹਾ ਜਾਂਦਾ ਹੈ। ਲੋਕ ਇਹ ਗੱਲ ਕਹਿੰਦੇ ਨੇ, ਇਹ ਮੰਨਣ ਦੇ ਵਿੱਚ ਆਉਂਦੀ ਹੈ ਗੱਲ ਵੀ ਸਾਰਾ ਜਿਹੜਾ ਪ੍ਰਬੰਧ ਉਹਨਾਂ ਦੇ ਹੱਥ ਦੇ ਵਿੱਚ ਨੇ, ਉਹ ਨਹੀਂ ਵੋਟਾਂ ਪੈਣ ਦੇ ਰਹੇ। ਦੇਖੋ ਇਦਾਂ ਹੈ ਕਿ ਪਹਿਲੀ ਗੱਲ ਤੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ, ਉਹ ਬਾਦਲ ਦਲ ਹੈ। ਜਦੋਂ ਉਹ ਬਾਦਲ ਦਲ ਹੈ ਤੇ ਉਹਨਾਂ ਦੀ ਚੋਣ ਨਿਸ਼ਾਨ ਤੇ ਜਿੱਤੇ ਜਿਹੜੇ ਬੰਦੇ ਨੇ, ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਅਦ ਵੀ ਉਹਨਾਂ ਨੂੰ ਨਹੀਂ ਛੱਡਿਆ, ਤੇ ਉਹ ਸਾਰੇ ਹੀ ਉਹਨਾਂ ਨਾਲ ਕੌਨਸਪੀਰੇਟਰ ਨੇ, ਤੇ ਉਹ ਉਹਨਾਂ ਦਾ ਹੀ ਉੱਥੇ ਹੁਕਮ ਲਾਗੂ ਹੋ ਰਿਹਾ, ਭਾਵੇਂ ਸ਼੍ਰੋਮਣੀ ਕਮੇਟੀ ਹੈ, ਭਾਵੇਂ ਅਕਾਲ ਤਖਤ ਹੈ, ਉਹਨਾਂ ਦੇ ਲਾਏ ਬੰਦੇ ਉੱਥੇ ਲੱਗਦੇ ਨੇ। ਤੇ ਇਸ ਕਰਕੇ ਇਹ ਕੋਈ ਅੱਤਕਥਨੀ ਨਹੀਂ ਹੈ ਕਿ ਉਹਨਾਂ ਦੇ ਹੁਕਮ ਤੋਂ ਬਗੈਰ ਉੱਥੇ ਪੱਤਾ ਵੀ ਨਹੀਂ ਹਿਲਦਾ। ਇਹ ਗੱਲ ਤਾਂ ਸਪਸ਼ਟ ਹੈ। ਬਹੁਤ ਸਾਰੇ ਇਨਸੀਡੈਂਟਸ ਨੇ, ਬਹੁਤ ਸਾਰੀਆਂ ਗੱਲਾਂ ਨੇ, ਜਿੱਦਾਂ ਭੌਰ ਸਾਹਿਬ ਨੇ ਅੰਦਰ ਬੋਲਦਿਆਂ ਵੀ ਕਿਹਾ ਕਿ ਜੇ ਇੱਦਾਂ ਦੀ ਹੋਈ ਗੱਲ ਹੁੰਦੀ ਕਿ ਇੰਡੀਪੈਂਡੈਂਟ ਸੀਗੇ, ਤੇ ਜਦੋਂ ਬੇਅਦਬੀ ਹੋਈ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਉੱਠ ਖੜੇ ਹੋਣਾ ਚਾਹੀਦਾ ਸੀਗਾ, ਉਦੋਂ ਸਿਰਫ ਭੌਰ ਸਾਹਿਬ ਵਰਗੇ ਬੰਦੇ ਕਿਉਂ ਨਿਕਲੇ ਵਿੱਚੋਂ, ਹੈ ਨਾ। ਸਾਰੀ ਕਿਉਂ ਨਹੀਂ ਸ਼੍ਰੋਮਣੀ ਕਮੇਟੀ, ਸਾਰੀ ਸ਼੍ਰੋਮਣੀ ਕਮੇਟੀ ਦਾ ਗੁਰੂ ਨਹੀਂ, ਉਹ ਕਿਉਂ ਨਹੀਂ ਉੱਥੇ ਧਰਨੇ ਤੇ ਆ ਕੇ ਬੈਠੇ? ਉਦੋਂ ਕਿਉਂ ਨਹੀਂ ਅਕਾਲ ਤਖਤ ਦਾ ਜਥੇਦਾਰ ਉੱਥੇ ਜਾ ਕੇ ਧਰਨੇ ਤੇ ਬਹਿ ਗਿਆ? ਤੇ ਜਦੋਂ ਉਸ ਜਥੇਦਾਰ ਨੂੰ ਉਤਾਰਿਆ ਗਿਆ ਕਿ ਜਿਹੜਾ ਟੈਂਟਡ ਹੋ ਗਿਆ, ਜਿਹਨੇ ਸਰਸੇ ਵਾਲੇ ਨੂੰ ਮਾਫ ਕੀਤਾ, ਤੇ ਜਿਹੜਾ ਨਵਾਂ ਜਥੇਦਾਰ ਆਇਆ, ਕਿ ਉਸ ਜਥੇਦਾਰ ਨੇ ਇਸ ਗੱਲ ਨੂੰ ਦੀ ਭਰਪਾਈ ਕਰਨ ਲਈ ਉਹ ਕੌਮ ਦੇ ਨਾਲ ਖੜਾ ਹੋਇਆ? ਉਹ ਵੀ ਨਹੀਂ ਖੜਾ ਹੋਇਆ। ਕੀ ਉਹਨੇ ਸਾਰੀ ਕੌਮ ਨੂੰ ਗਲਵੱਕੜੀ 'ਚ ਲੈ ਕੇ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕੀਤੀ? ਉਹਨੇ ਵੀ ਨਹੀਂ ਕੀਤੀ। ਉਹ ਵੀ ਇੱਕੋ ਫੈਮਿਲੀ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ। ਅੱਜ ਤੱਕ ਜਿਹੜਾ ਉਹ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਉਹ ਬੇਅਦਬੀ ਹੈ, ਉਸ ਮੁੱਦੇ ਦੇ ਉੱਤੇ ਉਸ ਵੇਲੇ ਦੀ ਸਰਕਾਰ ਨੂੰ ਕੋਈ ਸਵਾਲ ਨਹੀਂ ਪੁੱਛਿਆ ਗਿਆ। ਕਿਉਂ ਨਹੀਂ ਪੁੱਛਿਆ ਗਿਆ ਜੀ? ਪੁੱਛਣਾ ਬਣਦਾ। ਇਹਦਾ ਮਤਲਬ ਹੈ ਕਿ ਉਹ ਪੁੱਛਣ ਯੋਗ ਨਹੀਂ, ਕਿਉਂਕਿ ਉਹਨਾਂ ਦੇ ਲਾਏ ਹੋਏ ਨੇ। ਇਹ ਤਾਂ ਬੜੀ ਸਪਸ਼ਟ ਹੈ ਸਾਰਾ ਕੁਝ। ਭੌਰ ਸਾਹਿਬ ਜੀ, ਕਿੰਨੇ % ਨੰਬਰ ਦਿਓਗੇ ਤੁਸੀਂ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, SGPC ਵੀ ਕਿਹਾ ਜਾ ਰਿਹਾ, ਐਡਵੋਕੇਟ ਸਾਹਿਬ ਵੱਲੋਂ ਵੀ ਬੋਲਿਆ ਤੱਕ ਨਹੀਂ ਗਾ। ਜੇ ਤੁਹਾਤੋਂ ਪੁੱਛੀਏ, ਤੁਸੀਂ ਰਹੇ ਹੋ, ਕਿੰਨੇ % ਨੰਬਰ ਦੇ ਸਕਦੇ ਹੋ? ਦੇਖੋ, ਮੈਂ ਜਦੋਂ 15 ਦੇ ਵਿੱਚ ਨਾ 14 ਅਕਤੂਬਰ ਨੂੰ ਗੋਲੀ ਚੱਲੀ ਹੈ, ਮੈਂ 18 ਅਕਤੂਬਰ ਨੂੰ ਰਿਜ਼ਾਈਨ ਕਰਤਾ ਸੀ। ਅਕਾਲੀ ਦਲ ਦਾ ਮੈਂ PHC ਦਾ ਮੈਂਬਰ ਵੀ ਸੀ। ਉਹਦਾ ਮਕਸਦ ਹੀ ਇਹ ਸੀ, ਮੇਰਾ ਦੁੱਖ ਹੀ ਇਹ ਸੀ। 8 ਤਰੀਕ ਨੂੰ ਮੇਰੀ ਸੁਖਬੀਰ ਨਾਲ ਮੀਟਿੰਗ ਹੋਈ ਹੈ, ਉਹਨੂੰ ਮੈਂ ਸਾਰੇ ਹਾਲਾਤ ਦੱਸ ਕੇ ਆਇਆ ਸੀ, ਔਰ ਮੈਂ ਕਹਿ ਕੇ ਆਇਆ ਸੀ ਵੀ ਜੇ ਲੋਕਾਂ ਨੇ 84 ਦੇ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਤਾਂ ਬਖਸ਼ਣਾ ਬਰਗਾੜੀ ਵਾਲਿਆਂ ਨੂੰ ਵੀ ਹੈ ਨਹੀਂ। ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ, ਮੈਂ 18 ਨੂੰ ਰਿਜ਼ਾਈਨ ਕਰਤਾ। ਅੱਛਾ, ਹੁਣ ਸਵਾਲ ਫੇਰ ਉਹੀ ਖੜਾ। ਮਾੜੀ ਮਾੜੀ ਗੱਲ ਹੁੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਹੜ੍ਹ ਆ ਜਾਣ ਤਾਂ ਉੱਥੇ ਕਮੇਟੀ ਬਣਾ ਕੇ ਭੇਜ ਦਿੰਦੀ ਹੈ ਜਾਇਜ਼ਾ ਲੈਣ ਲਈ। ਮਾੜੀ ਜਿਹੀ ਗੱਲ ਹੋਵੇ, ਅਕਾਲ ਤਖਤ ਕਮੇਟੀਆਂ ਬਣਾ ਕੇ ਭੇਜ ਦਿੰਦਾ। ਸਾਡਾ ਤਾਂ ਸਵਾਲ ਇਹ ਹੈ ਵੀ ਬਰਗਾੜੀ ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਚੋਂ ਚੋਰੀ ਕੀਤਾ ਸਰੂਪ, ਕੰਧਾਂ ਤੇ ਇਸ਼ਤਿਹਾਰ ਲਾਏ, ਥਾਂ ਥਾਂ ਤੇ ਬੇਅਦਬੀ ਹੋਈ, ਕਿਉਂ ਉੱਥੇ ਅਕਾਲ ਤਖਤ ਦਾ ਜਥੇਦਾਰ ਨਹੀਂ ਗਿਆ? ਕਿਉਂ ਉਹਦੀ ਕੋਈ ਕਮੇਟੀ ਨਹੀਂ ਗਈ? ਕਿਉਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਗਿਆ? ਕਿਉਂ ਸ਼੍ਰੋਮਣੀ ਕਮੇਟੀ ਨੇ ਇਨਵੈਸਟੀਗੇਸ਼ਨ ਨਹੀਂ ਕਰਾਈ? ਤੇ ਮੈਂ 6 ਸਾਲ ਬਾਅਦ 6 ਸਾਲ ਲੜ ਕੇ ਮਤਾ ਐਤਕੀ ਹੋਇਆ ਨਿੰਦਾ ਦਾ, ਨਹੀਂ ਤੇ ਕਿਸੇ ਨੇ ਬਰਗਾੜੀ ਕਾਂਡ ਦੀ ਨਿੰਦਾ ਦਾ ਪ੍ਰਸਤਾਵ ਵੀ ਨਹੀਂ ਪਾਇਆ। ਤੇ ਇਸ ਵਾਰ ਵੀ ਜਿਹੜਾ ਮਤਾ ਹੋਇਆ, ਮੈਂ ਬੀਬੀ ਨੂੰ ਪੁੱਛਿਆ ਸੀ ਵੀ ਮੈਨੂੰ ਇਹ ਤਾਂ ਦੱਸ ਦੇ, ਹੁਣ ਮਤਾ ਤਾਂ ਕਰ ਦਿੱਤਾ, ਕਹਿੰਦੀ ਨਿੰਦਾ ਪ੍ਰਸਤਾਵ ਕਰ ਦਿੰਦੇ ਆ।
ਮੈਂ ਕਿਹਾ ਮੈਨੂੰ ਇਹ ਦੱਸ ਵੀ ਇਹ ਜਥੇਦਾਰਾਂ ਦੇ ਖਿਲਾਫ ਕੀਤਾ ਜਿਹੜੇ ਉੱਥੇ ਗਏ ਨਹੀਂ, ਜਾਂ ਉਸ ਵੇਲੇ ਦੀ ਸਰਕਾਰ ਦੇ ਖਿਲਾਫ ਕੀਤਾ ਜਿਨ੍ਹਾਂ ਨੇ ਦੋਸ਼ੀਆਂ ਨੂੰ ਫੜਿਆ ਨਹੀਂ, ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਾਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਕੀਤਾ ਜਿਨ੍ਹਾਂ ਨੇ ਕੋਈ ਪੜਤਾਲ ਵੀ ਨਹੀਂ ਕਰਾਈ, ਉਹ ਖਾਮੋਸ਼ ਸੀ। ਅੱਛਾ, ਹੁਣ ਸਵਾਲ ਇਹ ਪੈਦਾ ਹੁੰਦਾ, ਹੁਣ ਸੁਖਬੀਰ ਕਹਿੰਦਾ ਜੀ ਦੇਖੋ ਅਸੀਂ ਕਿਤੇ ਹੁਕਮ ਦਿੱਤੇ ਆ ਗੋਲੀ ਚਲਾਉਣ ਦੇ। ਮੈਂ ਉਹਨੂੰ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਬਈ ਪੁਲਿਸ ਨੇ ਗੋਲੀ ਚਲਾਈ, ਤੁਸੀਂ ਕਹਿੰਦੇ ਹੋ ਤੁਸੀਂ ਹੁਕਮ ਨਹੀਂ ਦਿੱਤੇ, ਇਹਦਾ ਮਤਲਬ ਤੁਹਾਡੇ ਹੁਕਮਾਂ ਦੇ ਵਿੱਚ ਨਹੀਂ ਸੀ ਉਹਨਾਂ ਨੂੰ ਗੋਲੀ ਚਲਾਉਣ ਦਾ ਆਰਡਰ ਕੋਈ, ਉਹਨਾਂ ਨੇ ਆਪਣੇ ਆਪ ਹੀ ਗੋਲੀ ਚਲਾ ਦਿੱਤੀ। ਉਹਨਾਂ ਕੋਲ ਸਰਕਾਰੀ ਹਥਿਆਰ ਸੀ, ਬਿਨਾਂ ਆਰਡਰ ਪਾਇਆ ਤੋਂ ਗਏ, ਬੰਦੇ 2 ਮਰ ਗਏ। ਜੇ ਤੁਹਾਡੇ ਹੁਕਮਾਂ ਤੋਂ ਬਿਨਾਂ ਗੋਲੀ ਚਲਾਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਦੇ 2 ਸਿੰਘ ਸ਼ਹੀਦ ਹੋ ਗਏ, ਸੈਂਕੜੇ ਜ਼ਖਮੀ ਹੋ ਗਏ। ਤੁਸੀਂ ਦੱਸੋ ਉਹ ਜਿਹੜੇ ਦੋਸ਼ੀ ਪੁਲਿਸ ਵਾਲੇ ਸੀ ਉਹਨਾਂ ਦੇ ਖਿਲਾਫ ਤੁਸੀਂ ਕਿਹੜੀ ਕਾਰਵਾਈ ਕੀਤੀ? ਕੋਈ ਡਿਪਾਰਟਮੈਂਟਲ ਕਾਰਵਾਈ ਕੀਤੀ? ਉਹਨਾਂ ਦੇ ਖਿਲਾਫ FIR ਕੀਤੀ? ਕੀ ਕੀਤਾ ਤੁਸੀਂ? 2 ਸਾਲ ਤੁਹਾਡੀ ਸਰਕਾਰ ਰਹੀ। ਜੇ ਤੁਸੀਂ ਨਹੀਂ ਕੀਤੀ ਇਹਦਾ ਮਤਲਬ ਤੁਸੀਂ ਸੌਦੇ ਨਾਲ ਵੀ ਰਲਿਓ ਸੀ, ਪੁਲਿਸ ਵੀ ਤੁਹਾਡੇ ਕਹੇ ਤੇ ਗੋਲੀਆਂ ਮਾਰ ਰਹੀ ਸੀ। ਇਹ ਐਸਾ ਦੁਖਾਂਤ ਹੈ, ਜਿਹੜੀ ਧਿਰ ਨੂੰ, ਰਾਜਨੀਤਿਕ ਧਿਰ ਨੂੰ ਲੋਕ ਸਿੱਖਾਂ ਦੀ ਧਿਰ ਮੰਨਦੇ ਰਹੇ, ਉਹਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣਾ, ਕੰਧਾਂ 'ਤੇ ਇਸ਼ਤਿਹਾਰ ਲੱਗਣੇ, ਬੇਅਦਬੀ ਹੋਣੀ, ਔਰ ਉਹਨਾਂ ਵੱਲੋਂ ਕੋਈ ਵੀ ਫੜਿਆ ਨਾ ਜਾਣਾ। ਇਹ ਮੈਂ ਸਮਝਦਾ ਉਹ ਤੇ ਹੁਣ ਜਿਨ੍ਹਾਂ ਨੇ ਦੱਸਿਆ ਸਾਹ ਜਸਵਿੰਦਰ ਸਿੰਘ ਨੇ, ਅਕਾਲੀ ਦਲ ਤੋਂ ਬਣੇ ਬਾਦਲ ਦਲ ਦੇ ਮੱਥੇ ਦੇ ਉੱਤੇ ਵੀ ਕਲੰਕ ਹੈ ਜਿਹੜਾ ਉਹ ਕਦੀ ਵੀ ਨਹੀਂ ਧੋ ਸਕਦੇ। ਕੈਪਟਨ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਇਨਸਾਫ ਦਿਵਾਊਂਗਾ, ਪੈੜਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਘਰ ਨੂੰ ਜਾਂਦੀਆਂ ਨੇ, ਬਾਦਲ ਦੇ ਘਰ ਨੂੰ ਜਾਂਦੀਆਂ ਨੇ, ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਨਸਾਫ ਨਹੀਂ ਦੇ ਸਕੇ। ਇਹਨਾਂ ਦੋਨਾਂ ਧਿਰਾਂ ਨੇ ਹੀ ਪੰਥਕ ਜਜ਼ਬਾਤਾਂ ਨਾਲ ਖੇਡ ਖੇਡੀ ਹੈ, ਔਰ ਇਹਨਾਂ ਨੂੰ ਕਦੇ ਵੀ ਪੰਥ ਨੇ ਮਾਫ ਨਹੀਂ ਕਰਨਾ। ਔਰ ਅਸੀਂ ਇਹ ਮਤਾ ਵੀ ਕੀਤਾ ਅੱਜ ਵੀ ਅਸੀਂ ਇਹ ਲਿਆਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਚੋਣ ਕਮਿਸ਼ਨ ਕੋਲ ਵੀ ਜਾਵਾਂਗੇ, ਹੋਰ ਬਣਦੀਆਂ ਥਾਵਾਂ 'ਤੇ ਵੀ ਜਾਵਾਂਗੇ ਵੀ ਜਿਹੜੇ ਬਾਣੀ ਦੀਆਂ ਸੌਹਾਂ ਚੁੱਕ ਕੇ ਲੋਕਾਂ ਦੇ ਧਾਰਮਿਕ ਜਜ਼ਬਾਤ ਨਾਲ ਖਿਲਵਾੜ ਕਰਦੇ ਆ ਨਾ, ਉਹਨਾਂ ਦੇ ਖਿਲਾਫ ਕਾਰਵਾਈ ਵੀ ਮੰਗਾਂਗੇ। ਐਡਵੋਕੇਟ ਸਾਹਿਬ, ਕਾਰਵਾਈ ਹੋ ਸਕਦੀ ਹੈ? ਇੱਦਾਂ ਕੋਈ ਕਾਨੂੰਨ ਹੈ ਇਸ ਚੀਜ਼ ਦਾ ਵੀ ਹਾਂ ਧਾਰਮਿਕ ਸੌਹਾਂ ਖਾ ਲੈਣੀਆਂ, ਗ੍ਰੰਥਾਂ ਤੇ ਹੱਥ ਰੱਖ, ਚਾਹੇ ਗੀਤਾ ਹੋਵੇ, ਚਾਹੇ ਕੁਰਾਨ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਹੋਣ, ਤੇ ਝੂਠ ਬੋਲ ਕੇ ਵੱਡੇ ਵੱਡੇ ਜਕਾਰੇ ਛੱਡ ਦੇਣੇ, ਜਦ ਕਿ ਕੋਈ ਕਾਰਨ ਹੀ ਨਹੀਂ ਹੁੰਦਾ ਜਕਾਰਾ ਛੱਡਣ ਦਾ, ਸਰੋਪਾ ਗਲ 'ਚ ਪਾਇਆ, ਵੱਡਾ ਝੂਠ ਬੋਲਿਆ ਤੇ ਜਕਾਰਾ ਬੁਲਾ ਦਿੱਤਾ। ਦੇਖੋ, ਇਸ ਤਰ੍ਹਾਂ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਸਾਡੇ ਰੂਲਸ ਨੇ ਉਹ ਇਹ ਗੱਲ ਕਹਿੰਦੇ ਨੇ, ਪਹਿਲੀ ਗੱਲ ਹੈ ਕਿ ਪਾਰਟੀ ਸੈਕੂਲਰ ਹੋਣੀ ਚਾਹੀਦੀ ਹੈ, ਉਹ ਕਿਸੇ ਧਾਰਮਿਕ ਸਥਾਨ ਦੀ ਵਰਤੋਂ ਨਹੀਂ ਕਰ ਸਕਦੀ, ਕਿਸੇ ਧਰਮ ਦੇ ਚਿੰਨ੍ਹ ਦੀ ਵਰਤੋਂ ਨਹੀਂ ਕਰ ਸਕਦੀ, ਧਰਮ ਦੇ ਚਿੰਨ੍ਹ ਦੀ, ਤੇ ਗੁਟਕਾ ਤੇ ਧਰਮ ਦਾ ਚਿੰਨ੍ਹ ਹੈ ਨਾ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਧਿਆਨ ਨਾਲ ਵੇਖਦੇ ਹੋ ਤੇ ਪਤਾ ਲੱਗਦਾ ਹੈ ਕਿ ਸਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ, ਤੇ ਕਾਨੂੰਨੀ ਤੌਰ ਤੇ ਇਸ ਗੱਲ ਦੀ ਜਿਹੜੀ ਹੈ ਉਹ ਮਨਾਹੀ ਹੈ। ਅਸੀਂ ਉਦੋਂ ਜਜ਼ਬਾਤੀ ਸੀ ਸਾਰੇ ਜਾਣੇ, ਇਹ ਵੀ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਵੀ ਜਜ਼ਬਾਤੀ ਸੀ, ਸਾਨੂੰ ਵੀ ਇਹ ਲੱਗ ਰਿਹਾ ਸੀਗਾ ਕਿ ਇਹ ਜੇ ਬੰਦਾ ਕਹਿ ਰਿਹਾ ਹੈ ਤੇ ਆ ਕੇ ਕੁਝ ਕਰੇਗਾ, ਤੇ ਜਦੋਂ ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਕੁਝ ਨਹੀਂ ਹੋਇਆ ਤੇ ਸਾਡਾ ਮਨ ਵੀ ਦੇ ਉੱਤੇ ਵੀ ਸ਼ੰਕੇ ਖੜੇ ਹੋ ਗਏ ਨੇ ਵੀ ਇਹ ਹੁਣ ਜਿਹੜੀ ਸਿੱਟ ਬੈਠੀ ਹੈ ਇਹ ਵੀ ਕੋਈ ਨਤੀਜਾ ਕੱਢੇਗੀ ਕਿ ਨਹੀਂ ਕੱਢੇਗੀ, ਕਿ ਕਿਤੇ ਇਹ ਉਹੀ ਸਾਡੇ ਜ਼ਖਮ ਜਿਹੜੇ ਆ ਇਹਨਾਂ ਨੂੰ ਕਰੋਦੇ ਰਹਿਣਗੇ ਕਿ ਤਾਂ ਕਿ ਇਹਦੇ ਤੇ ਵੋਟਾਂ ਜਿਹੜੀਆਂ ਨੇ ਉਹ ਹਰ ਵਾਰ ਪੈਂਦੀਆਂ ਰਹਿਣ। ਹੁਣ ਇਹਦੇ ਤੇ ਅਸੀਂ ਆਪਣੀ ਜਿਹੜੀ ਹੈ ਲੀਗਲ ਟੀਮ ਅਸੀਂ ਅੱਜ ਇੱਕ ਫਾਰਮ ਕੀਤੀ ਹੈ, ਅਸੀਂ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕਰਾਂਗੇ ਕਿ ਇਹੋ ਜਿਹੀਆਂ ਗੱਲਾਂ ਦੇ ਉੱਤੇ ਪਾਬੰਦੀ ਲਾਈ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਜਿਹੜਾ ਉਹ ਮੁੱਦਾ ਨਹੀਂ ਬਣਨ ਦੇਣਾ। ਅਸੀਂ ਬੇਸ਼ੱਕ ਇੱਕਦਮ ਕੇ ਤੇ ਇਹ ਲੱਗਦਾ ਹੈ ਕਿ ਸ਼ਾਇਦ ਅਕਾਲੀ ਦਲ ਨੂੰ ਇਸ ਗੱਲ ਦਾ ਬੈਨੀਫਿਟ ਹੋਏਗਾ, ਪਰ ਇਸ ਗੱਲ ਦਾ ਬੈਨੀਫਿਟ ਅਸੀਂ ਦੋਨੋਂ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਲੈਣ ਦੇਣਾ, ਬਲਕਿ ਤੀਜੀ ਪਾਰਟੀ ਨੂੰ ਵੀ ਨਹੀਂ ਲੈਣ ਦੇਣਾ। ਤੇ ਅਸੀਂ ਇਸ ਗੱਲ ਦੇ ਉੱਤੇ ਰਹਿਣਾ ਹੈ ਕਿ ਇਹ ਤੁਹਾਨੂੰ ਦੱਸਣਾ ਪੈਣਾ ਕਿ ਪੰਜਾਬ 'ਚ ਹੋਈ ਇਸ ਘਟਨਾ ਲਈ ਜ਼ਿੰਮੇਵਾਰ ਕੌਣ ਹੈ ਤੁਹਾਡੇ 'ਚੋਂ, ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ, ਜਿਹਨੂੰ ਤੁਸੀਂ ਚੋਣਾਂ 'ਚ ਜ਼ਿੰਮੇਵਾਰ ਕਹਿੰਦੇ ਹੋ, ਉਹਦੇ 'ਤੇ ਫਿਰ ਕਾਰਵਾਈ ਕਿਉਂ ਨਹੀਂ ਕਰਦੇ। ਤੇ ਇਸ ਗੱਲ ਲਈ ਉਹਨਾਂ ਦੇ ਪੈਰਾਂ ਹੇਠਾਂ ਅੱਗ ਬਾਲਾਂਗੇ ਜਦੋਂ ਇਲੈਕਸ਼ਨ ਆਏਗੀ। ਔਰ ਸਾਹਿਬ, ਅਕਸਰ ਇਹ ਇਲਜ਼ਾਮ ਲਾਏ ਜਾਂਦੇ ਨੇ ਵੀ SGPC ਪ੍ਰਚਾਰ ਨਹੀਂ ਕਰ ਰਹੀ। ਹੁਣ ਜਿਹੜਾ ਹੈਗਾ ਉਹ ਪ੍ਰਚਾਰ ਕੀਤਾ ਜਾ ਰਿਹਾ। ਸਨ 84 ਦੇ ਵਿੱਚ ਜਿਹੜੇ ਗੁਰੂ ਸਾਹਿਬ ਜੀ ਨੂੰ ਗੋਲੀ ਵੱਜੀ ਸੀਗੀ, ਉਹ ਸਰੂਪ ਜਿਹੜੇ ਨੇ ਉਹ ਦਰਸ਼ਨਾਂ ਦੇ ਲਈ ਰੱਖੇ ਗਏ ਨੇ, ਤੇ ਉਹਨਾਂ ਦਾ ਕਹਿਣਾ ਵੀ ਅਸੀਂ ਸਾਲ ਬਾਅਦ ਦਰਸ਼ਨ ਕਰਵਾਇਆ ਕਰਾਂਗੇ। ਦੇਖੋ, ਇਹ ਤਾਂ ਵੋਟ ਪੋਲਿਟਿਕਸ ਦਾ ਇੱਕ ਹਿੱਸਾ ਆ। ਅਮਰਿੰਦਰ ਨੇ ਗੁਟਕੇ ਦੀ ਸਹੁੰ ਚੱਕ ਕੇ ਧਾਰਮਿਕ ਜਜ਼ਬਾਤ ਨਾਲ ਖੇਡ ਕੇ ਵੋਟਾਂ ਇਕੱਠੀਆਂ ਕੀਤੀਆਂ। ਹੁਣ ਵੋਟਾਂ ਦੇ ਨੇੜੇ ਆ ਕੇ ਸਤਿਗੁਰੂ ਸਾਹਿਬ ਦੇ ਸਰੂਪਾਂ ਨੂੰ ਦਰਸ਼ਨਾਂ ਲਈ ਰੱਖ ਕੇ ਇੱਕ ਰਾਜਨੀਤੀ ਕੀਤੀ ਜਾ ਰਹੀ ਹੈ, ਜਿਹੜੀ ਰਾਜਨੀਤੀ ਵੋਟਾਂ ਵਾਲੇ ਮਾਰਗ ਵੱਲ ਨੂੰ ਚੱਲਦੀ ਹੈ। ਤੇ ਜੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਡਰ ਆ ਨਾ, ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਹੈ, ਫਿਰ ਦਰਅਸਲ ਤੇ ਬਰਗਾੜੀ ਵਾਲੇ ਸਰੂਪ ਦੇ ਅੰਗ ਵੀ ਲਿਆ ਕੇ ਉਹਦੇ ਨਾਲ ਹੀ ਰੱਖ ਦੇਣੇ ਚਾਹੀਦੇ ਜੀ। ਵੀ ਐਦਾਂ ਪੰਜਾਬ ਦੇ ਵਿੱਚ ਉਹ ਤਾਂ ਘਟਨਾ ਪਹਿਲੀ ਵਾਰੀ ਹੋਈ ਸੀ ਨਾ, ਪਹਿਲੀ ਵਾਰੀ ਘਟਨਾ ਹਰਿਮੰਦਰ ਸਾਹਿਬ ਵਾਲੀ ਹੋਈ, ਉਹਦੇ ਵਿੱਚ ਗੋਲੀਆਂ ਵੱਜੀਆਂ, ਟੈਂਕ ਤੇ ਤੋਪਾਂ ਚੜ੍ਹ ਕੇ ਆਏ। ਪਹਿਲੀ ਵਾਰੀ ਸਿੱਖ ਹਿਸਟਰੀ ਵਿੱਚ ਹੋਇਆ ਕਿ ਕਿਸੇ ਨੇ ਕੰਧ ਦੇ ਉੱਤੇ ਇਸ਼ਤਿਹਾਰ ਲਾ ਕੇ ਸਤਿਗੁਰੂ ਸਾਹਿਬ ਦੇ ਸਰੂਪ ਚੁੱਕੇ ਹੋਣ, ਫਿਰ ਗਲੀਆਂ 'ਚ ਖਿਲਾਰੇ ਹੋਣ।
ਤੇ ਉਹਦੇ ਵੀ ਅੰਗ ਪਏ ਆ, ਉਹ ਵੀ ਲਿਆ ਕੇ ਬਰਾਬਰ ਹੀ ਰੱਖ ਦੇਣੇ ਚਾਹੀਦੇ ਆ ਵੀ 84 ਦੇ ਬਰਾਬਰ ਦੀ ਘਟਨਾ ਆ ਵੀ ਹੈ। ਤੇ ਇਸ ਵੇਲੇ ਵੀ ਕੌਮ ਦਾ ਮਨ ਦੁਖੀ ਹੋਇਆ ਸੀ ਜਦੋਂ ਗਲੀਆਂ ਦੇ ਵਿੱਚ ਸਤਿਗੁਰੂ ਸਾਹਿਬ ਦੇ ਸਰੂਪ ਰੁਲਦੇ, ਫਿਰ ਤਾਂ ਉਹਨੂੰ ਮੰਨਿਆ ਜਾ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਕਰਕੇ ਆ ਸਾਰਾ ਕੁਝ, ਤੇ ਨਹੀਂ ਤਾਂ ਫਿਰ ਵੋਟਾਂ ਦੀ ਪੋਲਿਟਿਕਸ ਹੈ। ਜਿਵੇਂ ਹੁਣ ਦੁਬਾਰਾ ਫੇਰ ਹੈਗਾ ਉਹ ਇਨਸਾਫ ਦਿਵਾਉਣ ਦੇ ਲਈ ਮੋਰਚਾ ਲੱਗਣ ਵਾਲਾ ਹੈਗਾ, 1 ਮਹੀਨੇ ਦੇ ਲਈ ਸਰਕਾਰ ਨੂੰ ਜਿਹੜਾ ਹੈਗਾ ਕਿਹਾ ਗਿਆ 1 ਜੁਲਾਈ ਤੋਂ ਫੇਰ ਪੰਥਕ ਧਿਰਾਂ ਇਕੱਠੀਆਂ ਹੋਣ ਜਾ ਰਹੀਆਂ ਨੇ, ਕੁਝ ਲੱਗਦਾ ਵੀ ਹੱਲ ਨਿਕਲੇਗਾ? ਦੇਖੋ ਆਉਣ ਵਾਲਾ ਸਮਾਂ ਹੀ ਦੱਸੇਗਾ। ਹੁਣ ਤਾਂ ਇਹ ਮਸਲਾ ਇੰਨਾ ਜ਼ਿਆਦਾ ਉਲਝਾ ਦਿੱਤਾ ਗਿਆ, ਬਾਰ-ਬਾਰ ਸਿੱਟਾਂ ਬਣਾ ਕੇ ਕਾਨੂੰਨੀ ਤੌਰ ਤੇ ਇੰਨਾ ਉਲਝਾ ਦਿੱਤਾ ਗਿਆ। ਹਾਈ ਕੋਰਟ ਦੇ ਵਿੱਚ ਵਕੀਲ ਪੇਸ਼ ਨਹੀਂ ਹੋਏ ਸਰਕਾਰ ਦੇ, ਤੇ ਉੱਥੇ ਸਿੱਟ ਦੀ ਸਾਰੀ ਆਬਜ਼ਰਵੇਸ਼ਨ, ਸਾਰੀ ਫਾਈਂਡਿੰਗਸ, ਸਾਰੀ ਉਹਨਾਂ ਦੀ ਇਨਕੁਆਇਰੀ ਰੱਦ ਕਰ ਦਿੱਤੀ ਗਈ। ਇਹ ਮਸਲਾ ਬਹੁਤ ਜ਼ਿਆਦਾ ਗੰਭੀਰ ਬਣ ਚੁੱਕਾ, ਬਹੁਤ ਕੰਪਲਿਕੇਟਡ ਬਣ ਚੁੱਕਾ। ਮੈਨੂੰ ਲੱਗਦਾ ਨਹੀਂ ਵੀ ਇਹਦਾ ਇਨਸਾਫ ਹੋਵੇ। ਜਿਵੇਂ 84 ਦਾ ਨਹੀਂ ਹੋਇਆ, ਇੱਦਾਂ ਹੀ ਜਬਕੀ ਜਾਵਾਂਗੇ, ਇੱਦਾਂ ਲੜੀ ਜਾਵਾਂਗੇ। ਐਡਵੋਕੇਟ ਸਾਹਿਬ 84 ਦਾ ਇਨਸਾਫ ਨਹੀਂ ਹੋਇਆ, ਨਵੰਬਰ ਦਾ 84 ਦਾ ਜਿਹੜਾ ਇਨਸਾਫ ਨਹੀਂ ਹੋਇਆ, ਚਾਹੇ ਜੂਨ ਹੋਵੇ ਚਾਹੇ ਨਵੰਬਰ ਹੋਵੇ, ਹੋਰ ਵੀ ਬਹੁਤ ਵਾਰ ਇੱਦਾਂ ਦਾ ਕੁਝ ਸਾਹਮਣੇ ਆਇਆ ਵੀ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ। ਲੱਗਦਾ ਤੁਹਾਡੀ ਜਿਹੜੀ ਪੰਥਕ ਅਸੈਂਬਲੀ ਤੁਸੀਂ ਬੁਲਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦੇ ਹੋਏ ਇਨਸਾਫ ਦਿਵਾ ਪਾਏਗੀ? ਦੇਖੋ ਇਸ ਤਰ੍ਹਾਂ ਹੈ, ਅਸੀਂ ਅਥਾਰਟੀ ਨਹੀਂ ਆ ਤੇ ਅਸੀਂ ਮੁਕੰਮਲ ਪੰਥ ਵੀ ਨਹੀਂ ਆ। ਇਸ ਅਸੈਂਬਲੀ ਦੇ ਪਾਰਟਿਸਪੈਂਟਸ ਤੋਂ ਇਲਾਵਾ ਵੀ ਲੋਕ ਨੇ, ਅਸੀਂ ਉਹਨਾਂ ਨਾਲ ਵੀ ਜਿਹੜਾ ਹੈ ਡਾਇਲੋਗ ਕਰਾਂਗੇ। ਡੈਫੀਨੇਟਲੀ ਅਸੀਂ ਆਪਣੀ ਹਰ ਹੀਲਾ ਵਰਤਾਂਗੇ, ਚਾਹੇ ਉਹ ਕਾਨੂੰਨੀ ਹੈ, ਚਾਹੇ ਰਾਜਨੀਤਿਕ ਲੋਕਾਂ ਨੂੰ ਸਵਾਲ ਪੁੱਛਣ ਦੀ ਗੱਲ ਹੈ, ਚਾਹੇ ਉਹਨਾਂ ਦੇ ਹਲਕਿਆਂ 'ਚ ਜਾ ਕੇ ਮੀਟਿੰਗਸ ਕਰਨ ਦੀ ਗੱਲ ਹੈ। ਅਸੀਂ ਉਹਨਾਂ ਨੂੰ ਸਵਾਲ ਪੁੱਛਾਂਗੇ, ਹਰ ਹੀਲਾ ਵਰਤਾਂਗੇ ਕਿ ਉਹਨਾਂ ਨੂੰ ਕੌਮ ਦੇ ਜਿਹੜੇ ਰਿਸ਼ਤੇ ਜ਼ਖਮ ਨੇ ਉਹਨਾਂ ਦਾ ਜਵਾਬ ਦੇਣਾ ਪੈਣਾ। ਅਕਾਲ ਤਖਤ ਦੇ ਸਿਸਟਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਮੀਦ ਹੈ ਵੀ ਅਕਾਲ ਤਖਤ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਜਥੇਦਾਰ ਉੱਥੇ ਆਵੇ ਪੰਥ ਦੇ ਲਈ, ਜਿਹੜਾ ਜਿਵੇਂ ਆਪਾਂ ਕਹਿੰਦੇ ਨੇ ਵੀ ਜਥੇਦਾਰ ਤੇ ਆਪਾਂ ਕੁਰਬਾਨ ਕਰ ਦਿੰਦੇ ਸੀਗੇ, ਵੀ ਆਪਾਂ ਕੁਰਬਾਨ ਕਰਨ ਵਾਲੀ ਗੱਲ ਹੋਵੇ? ਦੇਖੋ ਇਸ ਤਰ੍ਹਾਂ ਹੈ ਕਿ ਅਕਾਲ ਤਖਤ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਉਂਦੀ ਹੈ ਤੇ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਜਿਹੜਾ ਉਹ ਬਾਦਲ ਦਲ ਕੋਲ ਹੈ। ਉਹਨਾਂ ਨੂੰ ਜਿਹੜਾ ਸੂਟ ਕਰਦਾ, ਮੈਂ ਤੇ ਇਹ ਸਵਾਲ ਪੁੱਛਦਾ ਹੁੰਦਾ ਕਿ ਜੇ ਕਿਸੇ ਹੋਰ ਧਿਰ ਦਾ ਪ੍ਰਧਾਨ ਲੱਗ ਜੇ ਤੇ ਉਹ ਵੀ ਜਥੇਦਾਰ ਆਪਣੀ ਮਰਜ਼ੀ ਦਾ ਲਾਏਗਾ ਕਿ ਜਿਹੜਾ ਉਹਨੂੰ ਸੂਟ ਕਰਦਾ ਹੋਏਗਾ। ਇਹਦਾ ਮਤਲਬ ਹੈ ਕਿ ਚੋਣਾਂ ਦੀ ਪੋਲਿਟਿਕਸ ਨਾਲੋਂ ਇੱਕ ਡਿਫਰੈਂਟ ਆਈਡੀਆ ਸਾਹਮਣੇ ਸੰਗਤਾਂ ਦੇ ਰੱਖਣਾ ਪਏਗਾ ਕਿ ਜਥੇਦਾਰ ਅਕਾਲ ਤਖਤ ਕਿੱਦਾਂ ਚੁਣਿਆ ਜਾਏ ਤੇ ਕਿੱਦਾਂ ਉਹ ਆਜ਼ਾਦ ਗੱਲ ਤੇ ਪਹਿਰਾ ਦੇ ਸਕੇ। ਇਹਦਾ ਮਤਲਬ ਹੈ ਕਿ ਸਿਸਟਮ ਡਰਾਫਟ ਕਰਨਾ ਪਏਗਾ। ਉਹਦੇ ਤੇ ਅਸੀਂ ਅੱਜ ਇੱਕ ਕਮੇਟੀ ਬਣਾਈ ਹੈ, ਵਿਦਵਾਨਾਂ ਨੇ ਕੰਮ ਵੀ ਕੀਤਾ ਹੋਇਆ ਇਹਦੇ ਤੇ ਆਲਰੇਡੀ। ਉਹਨੂੰ ਅਸੀਂ ਸਾਰੇ ਨੂੰ ਧਿਆਨ 'ਚ ਰੱਖ ਕੇ ਇੱਕ ਇੱਥੇ ਸਿਸਟਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਲ ਤਖਤ ਦਾ ਹੁਕਮਨਾਮਾ ਤੇ ਸੰਸਾਰ ਦੇ ਸਾਰੇ ਸਿੱਖਾਂ ਤੇ ਲਾਗੂ ਹੈ, ਪਰ ਸਾਰੇ ਸੰਸਾਰ ਦੇ ਸਿੱਖਾਂ ਦਾ ਅਕਾਲ ਤਖਤ ਦੇ ਜਥੇਦਾਰ ਚੁਣਨ ਲਈ ਜਿਹੜਾ ਕੋਈ ਰੋਲ ਨਹੀਂ ਹੈ। ਕਿਉਂ? ਇਹਦਾ ਮਤਲਬ ਜੇ ਸਾਰਿਆਂ ਤੇ ਲਾਗੂ ਹੈ ਤੇ ਸਾਰੇ ਆਪਣਾ ਰੋਲ ਜਿਹੜਾ ਉਹ ਪਲੇ ਕਰਨਗੇ। ਉਹਨਾਂ ਦਾ ਰੋਲ ਪਲੇ ਕਰਨ ਨੂੰ ਕਿੱਦਾਂ ਅਸੀਂ ਯਕੀਨੀ ਬਣਾਵਾਂਗੇ, ਇਹਦੇ ਤੇ ਵਰਕਿੰਗ ਕਰਨ ਦੀ ਲੋੜ ਹੈ। ਇਹਦੇ ਲਈ ਅਸੀਂ ਤੁਹਾਡੇ ਰਾਹੀਂ ਵੀ ਲੋਕਾਂ ਤੋਂ ਰਾਵਾ ਮੰਗਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ ਤੇ ਡਿਬੇਟਸ, ਸੈਮੀਨਾਰ ਕਰਕੇ ਤੇ ਇਹਦਾ ਕੋਈ ਰਾਹ ਕੱਢਣ ਦੀ ਕੋਸ਼ਿਸ਼ ਕਰਦੇ। ਹੁਕਮਨਾਮੇ ਜਿਹੜੇ ਨੇ ਜੀ, ਉਹ ਮੈਂ ਹਜ਼ਾਰਾਂ ਨਹੀਂ ਕਹਿ ਸਕਦਾ, ਲੱਖਾਂ ਇਹੋ ਜਿਹੇ ਹੁਕਮਨਾਮੇ ਨੇ ਜਿਹੜੇ ਕੇਵਲ ਕਾਗਜ਼ ਬਣ ਕੇ ਰਹਿ ਗਏ ਨੇ। ਅਕਾਲ ਤਖਤ ਉਹਨਾਂ ਦੇ ਉੱਪਰ ਫੁੱਲ ਕਿਉਂ ਨਹੀਂ ਚੜਾਉਂਦਾ? ਹੁਕਮਨਾਮੇ ਜਿਹੜੇ ਨੇ ਉਹ ਕੱਢ ਦਿੱਤੇ ਜਾਂਦੇ ਨੇ, ਪਰ ਉਹਨਾਂ ਨੂੰ ਲੀਗਲ ਤੌਰ ਦੇ ਉੱਪਰ, ਅਸਲ ਤੌਰ ਦੇ ਉੱਪਰ ਲੋਕਾਂ ਦੇ ਵਿੱਚ ਪ੍ਰਚਾਰਨਾ ਜਾਂ ਜਿਹੜਾ ਹੈਗਾ ਮੜੀਆਂ ਮਸਾਣਾ ਦੇ ਹੁਕਮਨਾਮਾ ਤੁਸੀਂ ਲੈ ਲਓ ਵੀ ਉਹਦੀ ਪੂਜਾ ਨਹੀਂ ਕਰਨੀ, ਉਹ ਤੇ ਇੱਕ ਸਿਧਾਂਤ ਹੈਗਾ ਹੀ ਹੈਗਾ ਵੀ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਪਰ ਉਹ ਵੀ ਇੱਕ ਬਹੁਤ ਵੱਡੀ ਪੌਰ ਸਾਹਿਬ ਬੇਅਦਬੀ ਹੁੰਦੀ ਹੈ ਨਾ, ਉੱਥੇ ਪ੍ਰਕਾਸ਼ ਕਰਨਾ। ਉਹਦੇ ਉੱਪਰ ਫੁੱਲ ਕਿਉਂ ਨਹੀਂ ਚੜਾਏ ਜਾਂਦੇ? ਕਾਗਜ਼ ਕਿਉਂ ਬਣ ਕੇ, ਦਸਤਾਵੇਜ਼ ਕਿਉਂ ਬਣ ਕੇ ਰਹਿ ਗਏ ਇਹ ਚੀਜ਼? ਦੇਖੋ ਦਰਅਸਲ ਸਮੱਸਿਆ ਹੋਰ ਹੈ। ਆਪਾਂ ਇੱਕ ਧਿਰ ਵੱਲੋਂ ਬਣਾਏ ਜਥੇਦਾਰ ਵਿੱਚੋਂ ਅਕਾਲੀ ਫੂਲਾ ਸਿੰਘ ਲੱਭ ਰਹੇ। ਅਕਾਲੀ ਫੂਲਾ ਸਿੰਘ ਤਲਵਾਰ ਦਾ ਧਨੀ ਸੀ, ਬਾਹੂਬਲ ਦਾ ਧਾਰਨੀ ਸੀ, ਪੰਥ ਦੀ ਬਿਗੜੀ ਸਵਾਰਨ ਦੇ ਲਈ ਜਾਨ ਹੀਲ ਕੇ ਮਰਨ ਦੀ ਸਮਰੱਥਾ ਵੀ ਰੱਖਦਾ ਸੀ। ਪੰਥ ਵੱਲੋਂ ਪ੍ਰਵਾਨਿਤ ਜਥੇਦਾਰ ਸੀ, ਸਾਰੇ ਪੰਥ ਨੇ ਉਹਦੇ ਉੱਤੇ ਮੋਹਰ ਲਾਈ ਸੀ ਸਾਰੀਆਂ ਮਿਸਲਾਂ ਨੇ। ਤੇ ਅਸੀਂ ਇੱਕ ਧਿਰ ਦਾ ਜਥੇਦਾਰ ਜਿਹੜਾ ਉਹਨਾਂ ਦੇ ਮੂੰਹ ਹਿਲਦੇ ਦੇਖ ਕੇ ਫੈਸਲੇ ਕਰਦਾ ਹੋਵੇ, ਉਹਦੇ ਕੋਲੋਂ ਪੰਥਕ ਆਸ ਲਾਈ ਬੈਠੇ ਆ, ਜਿਹੜੀ ਮੈਂ ਸਮਝਦਾ ਜਿਵੇਂ ਇਹਨਾਂ ਨੇ ਕਿਹਾ ਜੇ ਹੁਣ ਵਾਲਾ ਪ੍ਰਬੰਧ ਬਦਲ ਕੇ ਕੋਈ ਹੋਰ ਵੀ ਆ ਜਾਵੇ ਨਤੀਜਾ ਫਿਰ ਵੀ ਇਹੀ ਰਹਿਣਾ। ਹੁਣ ਕਈ ਐਸੇ ਮਸਲੇ ਆ, ਹੁਣ ਸੁੱਚਾ ਸਿੰਘ ਲਗਾਹ ਦਾ ਜਦੋਂ ਕੇਸ ਆਇਆ ਉਹਨੇ ਆਪੇ ਹੀ ਅੰਮ੍ਰਿਤ ਛਕ ਲਿਆ ਤੇ ਉਹਦੇ ਨਾਲ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ, ਮੁਲਾਜ਼ਮਾਂ ਨੇ ਇਹਦੀ ਮਦਦ ਕੀਤੀ ਇਸ ਕਾਰਜ ਵਿੱਚ, ਉਹਨਾਂ ਦੀ ਸ਼ਨਾਖਤ ਕਰਕੇ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਸਜ਼ਾ ਦੇਵੇ ਤੇ ਜਿਹੜੇ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਉਹਦੀ ਮਦਦ ਕੀਤੀ ਹੈ ਇਹਦੇ ਵਿੱਚ, ਉਹਦੀ ਅਕਾਲੀ ਦਲ ਸ਼ਨਾਖਤ ਕਰਕੇ ਮਦਦ ਉਹਨਾਂ ਨੂੰ ਸਜ਼ਾ ਦੇਵੇ। ਤੇ ਜਥੇਦਾਰ ਸਾਹਿਬ ਨੂੰ ਪੁੱਛੋ ਵੀ ਅੱਜ ਤੱਕ ਕਿਸੇ ਨੂੰ ਸਜ਼ਾ ਮਿਲੀ ਹੈ? ਨਾ ਸ਼੍ਰੋਮਣੀ ਕਮੇਟੀ ਨੇ ਦਿੱਤੀ, ਨਾ ਅਕਾਲੀ ਦਲ ਨੇ ਦਿੱਤੀ। ਫੋਲੋ ਅਪ ਹੈ ਨਹੀਂ। ਫਿਰ ਆਪਾਂ ਇਹ ਜਾਣਦੇ ਹਾਂ ਵੀ ਉਹਨੇ ਆਪੇ ਅਖੰਡ ਪਾਠ ਸਾਹਿਬ ਰੱਖਤਾ, ਪੰਥ ਵਿੱਚੋਂ ਛੇਕਿਆ ਹੋਇਆ, ਚੌਰ ਸਾਹਿਬ ਸੇਵਾ ਕਰਦਾ ਰਿਹਾ,
ਸ਼ਹੀਦਾਂ ਦੇ ਅਸਥਾਨ ਤੇ, ਉਹਦਾ ਕੀ ਐਕਸ਼ਨ ਹੋਇਆ? ਤੇ ਜੇ ਕਿਸੇ ਵਿਰੋਧੀ ਦੇ ਲਈ ਗੱਲ ਹੋਵੇ, ਆ ਹੁਣ ਪਿੱਛੇ ਜਿਹੇ ਇੱਕ ਧਿਰ ਨੇ ਪ੍ਰੈਸ ਕਾਨਫਰੰਸ ਕੀਤੀ, ਜਿਵੇਂ ਉਹ 84 ਦੇ ਮਹਾਰਾਜ ਦੀ ਬੀੜ ਰੱਖ ਕੇ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕੀਤੀਆਂ ਜਾ ਰਹੀਆਂ, ਉਹਨੇ ਅੱਗੇ ਵੀ ਵੱਧ ਗਿਆ, ਹੋਰ ਬਹੁਤ ਅੱਗੇ ਵੱਧ ਗਿਆ। ਉਹ ਕਹਿੰਦਾ ਜੀ 84 ਦੇ ਜਿਹੜੇ ਦੋਸ਼ੀ ਸੀ, ਸੁਖਜਿੰਦਰ ਰੰਧਾਵੇ ਦਾ ਬਾਪ ਵੀ ਸੀ, ਫਲਾਣੇ ਦਾ ਵੀ ਸੀ, ਇੰਦਰਾ ਗਾਂਧੀ ਦਾ ਪਰਿਵਾਰ ਸੀ, ਉਹਨਾਂ ਸਾਰਿਆਂ ਨੂੰ ਪੰਥ ਦੇ ਦੁਸ਼ਮਣ ਡਿਕਲੇਅਰ ਕਰੋ। ਤੇ ਹੋ ਸਕਦਾ ਜਥੇਦਾਰ ਉਹਨਾਂ ਦਾ ਕਹਿਣਾ ਮੰਨ ਕੇ ਕਰ ਵੀ ਦੇਣ। ਬਹੁਤ ਬਹੁਤ ਧੰਨਵਾਦ ਜੀ। ਪੰਥਕ ਧਿਰਾਂ ਨੇ, ਪੰਥਕ ਜਿਹੜੇ ਸਰਗਰਮ ਨੇ ਵੀਰ, ਇਹ ਸਾਰੇ ਆਪਣਾ ਫਰਜ਼ ਨਿਭਾ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਂਦੀ ਜਾਵੇ। ਬੜਾ ਪਿਆਰਾ ਇਹਨਾਂ ਨੇ ਜਵਾਬ ਦਿੱਤਾ ਵੀ ਜਿਹੜੇ ਲੋਕ ਕਹਿੰਦੇ ਨੇ ਪੰਥਕ ਅਸੈਂਬਲੀ ਦੀ ਪ੍ਰਾਪਤੀ ਕੀ ਹੈ, ਪ੍ਰਾਪਤੀ ਇਹ ਹੈ ਵੀ ਇਹ ਕਹਿੰਦੇ ਵੀ ਅਸੀਂ ਸ਼ੁਰੂਆਤ ਕੀਤੀ ਹੈ, ਲੋਕਾਂ ਨੂੰ ਅਵੇਅਰ ਕਰ ਰਹੇ ਹਾਂ। ਪਤਾ ਹੋਣਾ ਚਾਹੀਦਾ, ਜਿਵੇਂ ਵੀਰਾਂ ਨੇ ਲਿਟਰੇਚਰ ਛਪਾ ਕੇ ਜਿਹੜਾ ਸੀਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੰਡਿਆ, ਫੋਰਨ ਦੇ ਲੋਕਾਂ ਵੱਲੋਂ ਸਪੈਸ਼ਲ ਸਹਿਯੋਗ ਦਿੱਤਾ ਗਿਆ। ਜਥੇਦਾਰਾਂ ਦੀ ਜੇ ਆਪਾਂ ਗੱਲ ਕਰਦੇ ਹਾਂ, ਜਥੇਦਾਰਾਂ ਤੋਂ ਹਰ ਇੱਕ ਨੂੰ ਜਿਹੜੀ ਹੈਗੀ ਉਹ ਨਾਰਾਜ਼ਗੀ ਪਾਈ ਜਾ ਰਹੀ ਹੈ। ਅੱਜ ਲੋੜ ਹੈ, ਕਿਉਂਕਿ ਸਾਨੂੰ ਕਹਾਣੀ ਇੱਥੇ ਖੜ ਜਾਂਦੀ ਹੈ। ਜਿਵੇਂ ਅੱਗੇ ਵੀ ਅਸੀਂ ਚੈਨਲ ਦੇ ਰਾਹੀਂ ਵਾਰ-ਵਾਰ ਬੇਨਤੀ ਕਰਦੇ ਹੁੰਦੇ ਹਾਂ ਵੀ ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਸਾਨੂੰ ਪਤਾ ਨਹੀਂ ਵੀ ਜਥੇਦਾਰੀ ਸਿਸਟਮ ਇੱਥੇ ਤੱਕ ਕਿਵੇਂ ਬਣਦਾ ਹੈ। ਆਮ ਪੰਜਾਬ ਦੀਆਂ ਜਿਹੜੀਆਂ ਅਸੈਂਬਲੀ ਦੀਆਂ ਵੋਟਾਂ ਹੁੰਦੀਆਂ ਨੇ, MP ਦੀਆਂ ਵੋਟਾਂ ਹੁੰਦੀਆਂ ਨੇ, ਵਿਧਾਇਕ ਕਿਵੇਂ ਬਣਦੇ ਨੇ, ਸਰਕਾਰ ਜਿਹੜੀ ਹੈ ਸੈਂਟਰ ਦੀ ਉਹ ਕਿਵੇਂ ਬਣਦੀ ਹੈ, ਸੈਂਟਰ ਸਰਕਾਰ ਜਿਹੜੀ ਹੈ ਸੂਬੇ ਦੇ ਪ੍ਰਤੀ ਕੀ ਸੁਚੇਤ ਹੈ, ਸਿੱਖਾਂ ਦੇ ਪ੍ਰਤੀ ਕੇਂਦਰ ਦਾ ਕੀ ਰੋਲ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਮੇਨ ਇਹੀ ਹੈ ਵੀ ਅਸੀਂ ਪੜ੍ਹਨਾ ਨਹੀਂ ਚਾਹੁੰਦੇ। ਜੇ ਪੜ੍ਹਾਂਗੇ ਤਾਂ ਸਾਨੂੰ ਅਸਲ ਵਿੱਚ ਪਤਾ ਲੱਗੇਗਾ ਕਿ ਉਹ ਲੋਕ ਕਿਵੇਂ ਚਾਲਾਂ ਚੱਲਦੇ ਨੇ ਤੇ ਕਿਵੇਂ ਅਸੀਂ ਉਹਨਾਂ ਚਾਲਾਂ ਤੋਂ ਬਚਣਾ ਹੈ। ਤੁਸੀਂ ਦੇਖ ਰਹੇ ਹੋ ਸੁਰਖਾਬ TV, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।